दोस्तों अज असीं गल करांगे फिल इन द ब्लैंक्स क्वेश्चन टाइप बारे। फिल इन द ब्लैंक्स क्वेश्चन टाइप रीडिंग मॉड्यूल च भी हुंदा ते लिसनिंग मॉड्यूल च भी हुंदा। अज असीं लिसनिंग मॉड्यूल दे क्वेश्चन टाइप फिल इन द ब्लैंक्स बारे गल करांगे। ते सब तो पहले जानते हैं व्हाट आर लिसनिंग फिल इन द ब्लैंक्स। लिसनिंग फिल इन द ब्लैंक्स की हुंदा है? पीटी एग्जाम ने इस क्वेश्चन का नाम लिसनिंग फिल इन द ब्लैंक्स लिसनिंग रखा हुआ क्योंकि लिसनिंग मॉड्यूल का क्वेश्चन टाइप है, ताकि असीं डिफरेंशिएट कर सकिए रीडिंग मॉड्यूल दे फिल इन द ब्लैंक्स क्वेश्चन टाइप तो। ते फिल इन द ब्लैंक्स माने खाली थां भरना। For this item type, you are presented with a transcript of the audio recording. However, some words are missing. Restore the transcript by typing in the missing words. दोस्तों इस क्वेश्चन टाइप च ਤੁਹਾਨੂੰ ਇੱਕ ਆਡੀਓ ਰਿਕਾਰਡਿੰਗ ਸੁਣਾਈ ਦੇਗੀ ਤੇ ਤੁਹਾਡੇ ਸਕਰੀਨ ਦੇ ਸਾਹਮਣੇ ਉਸੇ ਰਿਕਾਰਡਿੰਗ ਦੀ ਟ੍ਰਾਂਸਕ੍ਰਿਪਟ ਹੋਏਗੀ, ਉਹਦੀ ਪ੍ਰਤੀਲਿਪੀ ਹੋਏਗੀ ਤੇ ਉਸ ਟ੍ਰਾਂਸਕ੍ਰਿਪਟ ਵਿੱਚ ਕੁਝ ਵਰਡਸ ਮਿਸਿੰਗ ਹੋਣਗੇ ਤੇ ਤੁਹਾਨੂੰ ਆਡੀਓ ਨੂੰ ਸੁਣਦੇ ਸੁਣਦੇ ਉਹਨਾਂ ਮਿਸਿੰਗ ਵਰਡਸ ਨੂੰ ਪਛਾਣ ਕੇ ਉਹਨਾਂ ਨੂੰ ਉਸ ਖਾਲੀ ਥਾਂ ਨੂੰ ਭਰਨਾ ਹੈ ਜਿੱਥੇ ਉਹ ਵਰਡਸ ਮਿਸਿੰਗ ਹੋਣਗੇ। Task. A transcript of a recording appears on screen with several gaps. After listening to the recording, type the missing word in each gap. ਤੇ ਜਿੱਦਾਂ ਮੈਂ ਹੁਣੇ ਦੱਸਿਆ ਕਿ ਤੁਹਾਡੇ ਸਾਹਮਣੇ ਇੱਕ ਟ੍ਰਾਂਸਕ੍ਰਿਪਟ ਹੋਏਗੀ ਜਿਹਦੇ ਵਿੱਚ ਥੋੜੇ ਖਾਲੀ ਥਾਂ ਹੋਣਗੇ ਤੇ ਨਾਲੋਂ ਨਾਲ ਇੱਕ ਆਡੀਓ ਚੱਲੂਗੀ, ਉਸੇ ਟ੍ਰਾਂਸਕ੍ਰਿਪਟ ਦੀ ਆਡੀਓ ਚੱਲੂਗੀ ਤੇ ਉਸ ਆਡੀਓ ਨੂੰ ਸੁਣਦੇ ਸੁਣਦੇ ਤੁਹਾਨੂੰ ਉਸ ਟ੍ਰਾਂਸਕ੍ਰਿਪਟ ਦੇ ਖਾਲੀ ਥਾਂ ਭਰਨੇ ਨੇ। ਉਹਨਾਂ ਵਰਡਸ ਨੂੰ ਤੁਹਾਨੂੰ ਆਡੀਓ ਤੋਂ ਸੁਣ ਕੇ ਉਹਨੂੰ ਨਾਲੋਂ ਨਾਲ ਤੁਹਾਨੂੰ ਆਪਣੇ ਖਾਲੀ ਥਾਂ ਨੂੰ ਭਰਨਾ ਹੈ। ਸਕਿਲਸ ਅਸੈਸਡ ਤੇ ਕਿਉਂਕਿ ਅਸੀਂ ਇਹਦੇ ਵਿੱਚ ਇੱਕ ਆਡੀਓ ਨੂੰ ਸੁਣਦੇ ਹੋਏ ਉਹਦੇ ਵਰਡਸ ਨੂੰ ਰਾਈਟ ਕਰਦੇ ਪਏ ਆ ਖਾਲੀ ਥਾਂ ਨੂੰ ਭਰਨ ਵਾਸਤੇ, ਤਾਂ ਕਰਕੇ ਇਹਦੇ ਵਿੱਚ ਲਿਸਨਿੰਗ ਤੇ ਰਾਈਟਿੰਗ ਦੋਵੇਂ ਸਕਿਲ ਅਸੈਸ ਹੁੰਦੇ ਨੇ। ਪ੍ਰੌਂਪਟ ਲੈਂਥ ਜਿਹੜੀ ਆਡੀਓ ਚੱਲਦੀ ਉਹਦੀ ਲੈਂਥ 30 ਤੋਂ 60 ਸੈਕਿੰਡ ਤੱਕ ਹੁੰਦੀ ਹੈ ਤੇ ਆਡੀਓ ਦੀ ਸਪੀਡ ਘੱਟ ਵੱਧ ਹੁੰਦੀ ਹੈ। ਕਦੇ ਕਦਾਂ ਸਪੀਕਰ ਬੜੀ ਸਪੀਡ ਨਾਲ ਬੋਲਦਾ ਹੈ ਤੇ ਕਦੇ ਕਦਾਂ ਸਪੀਡ ਘੱਟ ਹੁੰਦੀ ਹੈ। ਉੱਦਾਂ ਹੀ ਵੋਲਿਊਮ ਵੀ ਉਹਦੀ ਥੱਲੇ ਉੱਤੇ ਹੁੰਦੀ ਹੈ। ਤਾਂ ਕਰਕੇ ਇਸ ਕੁਐਸਚਨ ਟਾਈਪ ਨੂੰ ਪ੍ਰੈਕਟਿਸ ਕਰਨ ਵਾਸਤੇ ਪੋਰਟਲ 'ਚ ਹਰ ਕੁਐਸਚਨ ਦੀ ਪ੍ਰੈਕਟਿਸ ਤੁਸੀਂ ਡਿਫਰੈਂਟ ਸਪੀਡਸ ਤੇ ਕਰ ਸਕਦੇ ਹੋ। ਉਹਦੇ ਵਿੱਚ ਇੱਕ ਫੀਚਰ ਹੈਗਾ ਪੋਰਟਲ 'ਚ ਰੇਟ ਆਫ ਸਪੀਡ ਦਾ, ਜਿਹਦੇ ਨਾਲ ਤੁਸੀਂ ਉਸ ਕੁਐਸਚਨ ਨੂੰ ਅਟੈਂਪਟ ਕਰਨ ਵਾਸਤੇ ਉਦੋਂ ਪਹਿਲਾਂ ਉਹਦੀ ਆਡੀਓ ਨੂੰ 0.8 0.8 1 1.2 ਜਾਂ 1.5 ਡਿਫਰੈਂਟ ਸਪੀਡਸ ਤੇ ਉਹਨੂੰ ਆਡੀਓ ਨੂੰ ਪਲੇ ਕਰ ਸਕਦੇ ਹੋ ਤੇ ਨਾਲੋਂ ਨਾਲ ਤੁਸੀਂ ਟ੍ਰਾਂਸਕ੍ਰਿਪਟ ਦੇ ਆਨਸਰਸ ਨੂੰ ਰਿਸਪੌਂਸ ਕਰ ਸਕਦੇ ਹੋ। ਤੇ ਹੁਣ ਥੋੜਾ ਹੋਰ ਜਾਣਦੇ ਹਾਂ ਇਸ ਕੁਐਸਚਨ ਟਾਈਪ ਬਾਰੇ। Listening fill the blanks is an item type that tests your ability to listen for missing words in a recording and type the words into transcription. It assesses both listening and writing skills. ਤੇ ਲਿਸਨਿੰਗ ਫਿਲ ਦ ਬਲੈਂਕਸ ਕੁਐਸਚਨ ਟਾਈਪ 'ਚ ਤੁਹਾਡੀ ਐਬਿਲਿਟੀ ਟੈਸਟ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਰਿਕਾਰਡਿੰਗ ਨੂੰ ਸੁਣਦੇ ਹੋ ਤੇ ਸੁਣਦੇ ਸੁਣਦੇ ਜਿਹੜੇ ਵਰਡਸ ਤੁਹਾਡੇ ਟ੍ਰਾਂਸਕ੍ਰਿਪਟ 'ਚ ਮਿਸ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਆਸਾਨੀ ਨਾਲ ਸੁਣ ਕੇ ਟਾਈਪ ਕਰਦੇ ਹੋ ਤੇ ਇਸ ਨਾਲ ਤੁਹਾਡੇ ਲਿਸਨਿੰਗ ਤੇ ਰਾਈਟਿੰਗ ਦੋਵੇਂ ਸਕਿਲਸ ਅਸੈਸ ਹੁੰਦੇ ਨੇ। ਨੰਬਰ ਆਫ ਕੁਐਸਚਨਸ ਤੁਹਾਨੂੰ 2 ਤੋਂ 3 ਆ ਸਕਦੇ ਨੇ। ਤੁਹਾਨੂੰ ਮਾਰਕਸ ਇਸ ਕੁਐਸਚਨ 'ਚ 15 ਤੱਕ ਮਿਲ ਸਕਦੇ ਨੇ ਤੇ ਸਕੋਰਿੰਗ ਪਾਰਸ਼ਲ ਕ੍ਰੈਡਿਟ ਹੈ। ਜਿੰਨੇ ਤੁਸੀਂ ਸਹੀ ਜਵਾਬ ਦਿੱਤੇ ਨੇ, ਸਹੀ ਵਰਡਸ ਲਿਖੇ ਨੇ, ਸਹੀ ਸਪੈਲਿੰਗਸ ਦੇ ਨਾਲ ਸਹੀ ਵਰਡਸ ਲਿਖੇ ਨੇ, ਉਹਨਾਂ ਦੇ ਮਾਰਕਸ ਤੁਹਾਨੂੰ ਮਿਲਣਗੇ ਤੇ ਜਿਨ੍ਹਾਂ ਦੇ ਤੁਹਾਡੇ ਵਰਡਸ ਗਲਤ ਨੇ ਜਾਂ ਤੁਸੀਂ ਮਿਸ ਕਰ ਦਿੱਤੇ ਨੇ ਤਾਂ ਉਹਨਾਂ ਦੇ ਤੁਹਾਨੂੰ ਮਾਰਕਸ ਨਹੀਂ ਮਿਲਣਗੇ। ਇਹਦੇ ਵਿੱਚ ਕੋਈ ਨੈਗੇਟਿਵ ਸਕੋਰਿੰਗ ਨਹੀਂ ਹੁੰਦੀ ਹੈ। ਤੇ ਹੁਣ ਜਾਣਦੇ ਹਾਂ ਕਿੱਦਾਂ ਇਸ ਕੁਐਸਚਨ ਟਾਈਪ ਨੂੰ ਅਟੈਂਪਟ ਕਰਨਾ ਹੈ। This audio plays automatically. You are only able to listen to the audio recording once. ਤੇ ਪੀਟੀ ਐਗਜ਼ਾਮ 'ਚ ਜਿੱਦਾਂ ਹਰ ਆਡੀਓ ਇੱਕ ਵਾਰੀ ਚੱਲਦੀ ਹੈ, ਇਸ ਕੁਐਸਚਨ ਟਾਈਪ 'ਚ ਵੀ ਆਡੀਓ ਇੱਕ ਵਾਰ ਚੱਲਦੀ ਹੈ। ਨਾ ਅਸੀਂ ਉਹਨੂੰ ਪੌਜ਼ ਕਰ ਸਕਦੇ ਹਾਂ, ਨਾ ਫਾਰਵਰਡ, ਨਾ ਰਿਵਾਈਂਡ, ਨਾ ਪਲੇ, ਨਾ ਰੀਪਲੇ ਕਰ ਸਕਦੇ ਹਾਂ ਤੇ ਤਾਂ ਕਰਕੇ ਸਾਨੂੰ ਆਡੀਓ ਨੂੰ ਇੱਕੋ ਵਾਰੀ ਧਿਆਨ ਨਾਲ ਸੁਣਨਾ ਹੈ। ਲੈਫਟ ਕਲਿੱਕ ਔਨ ਈਚ ਗੈਪ ਐਂਡ ਟਾਈਪ ਇਨ ਦ ਮਿਸਿੰਗ ਵਰਡ। ਤੁਹਾਨੂੰ ਗੈਪ ਤੇ ਲੈਫਟ ਕਲਿੱਕ ਕਰਕੇ ਮਾਊਸ ਦੇ ਨਾਲ ਲੈਫਟ ਕਲਿੱਕ ਕਰਕੇ ਤੁਹਾਨੂੰ ਉੱਥੇ ਮਿਸਿੰਗ ਵਰਡ ਨੂੰ ਟਾਈਪ ਕਰਨਾ ਹੈ ਜਿਹੜਾ ਤੁਸੀਂ ਆਡੀਓ ਵਿੱਚ ਸੁਣਦੇ ਪਏ ਹੋ। You can also use the tab button on the keyboard to move between gaps. ਤੁਹਾਨੂੰ ਇੱਕ ਖਾਲੀ ਥਾਂ ਤੋਂ ਦੂਜੇ ਖਾਲੀ ਥਾਂ ਲਈ ਤੁਸੀਂ ਕੀਬੋਰਡ ਦੇ ਟੈਬ ਬਟਨ ਨੂੰ ਵੀ ਯੂਜ਼ ਕਰ ਸਕਦੇ ਹੋ। ਟੈਬ ਬਟਨ ਨੂੰ ਯੂਜ਼ ਕਰਕੇ ਤੁਸੀਂ ਇੱਕ ਖਾਲੀ ਥਾਂ ਤੋਂ ਦੂਜੇ ਖਾਲੀ ਥਾਂ ਤੱਕ ਜਾ ਸਕਦੇ ਹੋ, ਆਪਣੇ ਕਰਸਰ ਨੂੰ ਲਿਜਾ ਸਕਦੇ ਹੋ। While the audio is playing, you can take notes on the erasable noteboard provided and then fill in the gaps. ਜਦੋਂ ਤੁਸੀਂ ਆਡੀਓ ਸੁਣਦੇ ਪਏ ਹੋ ਤੁਸੀਂ ਨਾਲੋਂ ਨਾਲ ਇਰੇਜ਼ੇਬਲ ਨੋਟਬੋਰਡ 'ਚ ਵੀ ਉਹਦੇ ਨੋਟਸ ਲੈ ਸਕਦੇ ਹੋ। ਜਿਹੜਾ ਆਨਸਰ ਤੁਸੀਂ ਲਿਖਣਾ ਹੈ ਉਹ ਤੁਸੀਂ ਨਾਲੋਂ ਨਾਲ ਨੋਟਬੋਰਡ ਤੇ ਨੋਟ ਕਰ ਸਕਦੇ ਹੋ ਤੇ ਆਡੀਓ ਮੁੱਕਣ ਦੇ ਬਾਅਦ ਤੁਸੀਂ ਖਾਲੀ ਥਾਂ ਨੂੰ ਉਸੇ ਨੋਟਸ ਨੂੰ ਰੈਫਰ ਕਰਕੇ ਆਪਣੇ ਆਨਸਰ ਨੂੰ ਕੰਪਲੀਟ ਲਿਖ ਸਕਦੇ ਹੋ। ਪਰ ਤੁਹਾਨੂੰ ਇੱਕ ਗੱਲ ਦਾ ਇੱਥੇ ਧਿਆਨ ਰੱਖਣਾ ਹੈ, ਜੇ ਤੁਸੀਂ ਇਰੇਜ਼ੇਬਲ ਨੋਟਬੋਰਡ ਯੂਜ਼ ਕਰਦੇ ਹੋ
ਤੇ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੀ ਨਜ਼ਰ ਨੂੰ ਆਡੀਓ ਤੇ ਟਰਾਂਸਕ੍ਰਿਪਟ ਤੇ ਹੀ ਰੱਖਣਾ। ਆਡੀਓ ਨੂੰ ਸੁਣਦੇ ਸੁਣਦੇ ਤੁਸੀਂ ਥੱਲੇ ਨਹੀਂ ਕਰਨਾ ਨੋਟਪੈਡ ਤੇ, ਕਿਉਂਕਿ ਜਦੋਂ ਤੁਸੀਂ ਆਪਣੀ ਨਜ਼ਰ ਇੱਕ ਵਾਰ ਥੱਲੇ ਕਰ ਦਿੱਤੀ ਤੇ ਤੁਸੀਂ ਦੁਬਾਰਾ ਵਾਪਸ ਸਕਰੀਨ ਤੇ ਵੇਖੋਗੇ ਤੇ ਤੁਹਾਡੀ ਆਡੀਓ ਜਿਹੜੀ ਅੱਗੇ ਚੱਲ ਹੋ ਚੁੱਕੀ ਹੋਏਗੀ ਤੇ ਤੁਹਾਨੂੰ ਹੁਣ ਉਹ ਵਰਡ ਨੂੰ, ਉਸ ਸ਼ਬਦ ਨੂੰ ਟਰੇਸ ਕਰਨਾ ਮੁਸ਼ਕਿਲ ਹੋ ਸਕਦਾ ਹੈ। ਤੇ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਆਪਣਾ ਧਿਆਨ ਪੂਰਾ ਆਪਣੀ ਅੱਖਾਂ ਨੂੰ ਸਕਰੀਨ ਤੇ ਹੀ ਰੱਖਣਾ ਹੈ। ਈਵਨ ਤੁਸੀਂ ਨੋਟਪੈਡ ਤੇ ਨੋਟ ਵੀ ਕਰਦੇ ਪਏ ਹੋ ਤਾਂ ਵੀ ਤੁਸੀਂ ਸਕਰੀਨ ਤੇ ਆਡੀਓ ਦੇ ਨਾਲ ਨਾਲ ਆਪਣੇ ਸਕਰੀਨ ਤੇ ਧਿਆਨ ਰੱਖਣਾ ਹੈ। ਤੇ ਉਹਨਾਂ ਦੇ ਮਾਰਕਿੰਗ ਕ੍ਰਾਈਟੇਰੀਆ ਬਾਰੇ ਜਾਣਦੇ ਹਾਂ। ਜਿਹੜਾ ਸਕੋਰ ਹੈ ਲਿਸਨਿੰਗ ਫਿਲ ਦ ਬਲੈਂਕਸ ਤੇ ਉਹ ਜਿਨ ਫੈਕਟਰਸ ਤੇ ਡਿਪੈਂਡ ਕਰਦਾ ਹੈ, ਉਹਨੂੰ ਹੁਣ ਅਸੀਂ ਡਿਸਕਸ ਕਰਦੇ ਹਾਂ। Your response for filling the blanks is judged on your ability to listen for missing words in a recording and type the missing words into a transcription. ਤੁਹਾਡਾ ਰਿਸਪੌਂਸ ਇਸ ਕੁਐਸਚਨ ਟਾਈਪ 'ਚ ਇਸ ਐਬਿਲਿਟੀ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਕਿਸੇ ਰਿਕਾਰਡਿੰਗ ਨੂੰ ਸੁਣਦੇ ਸੁਣਦੇ ਉਹਦੇ ਨਾਲ ਉਸ ਦੀ ਟ੍ਰਾਂਸਕ੍ਰਿਪਟ 'ਚੋਂ ਮਿਸਿੰਗ ਵਰਡਸ ਨੂੰ ਟਾਈਪ ਕਰਦੇ ਹੋ। Content is scored by counting the number of right words with correct spelling in your response. Each correct word spelled correctly scores 1 point. ਤੁਹਾਡਾ ਕੰਟੈਂਟ ਇਸ ਬੇਸ ਤੇ ਸਕੋਰ ਹੁੰਦਾ ਹੈ ਕਿ ਤੁਸੀਂ ਜਿਹੜੇ ਵੀ ਸ਼ਬਦ ਮਿਸਿੰਗ ਨੇ, ਕਿੰਨੇ ਸ਼ਬਦ ਤੁਸੀਂ ਸਹੀ ਲਿਖੇ ਨੇ, ਸਹੀ ਸਪੈਲਿੰਗ ਦੇ ਨਾਲ ਲਿਖੇ ਨੇ, ਜਿਹਨੇ ਹਰ ਸ਼ਬਦ ਦਾ ਤੁਹਾਨੂੰ ਇੱਕ ਸਕੋਰ ਮਿਲਦਾ। If all blanks are filled with the right words spelled correctly, you receive the maximum score points for this question type. ਜੇ ਇੱਕ ਕੁਐਸਚਨ 'ਚ 4 ਖਾਲੀ ਥਾਂ ਨੇ ਜਾਂ 5 ਨੇ, ਜਿੰਨੇ ਵੀ ਖਾਲੀ ਥਾਂ ਨੇ, ਜੇ ਤੁਸੀਂ ਸਾਰੇ ਦੇ ਸਾਰੇ ਕੁਐਸਚਨ ਖਾਲੀ ਥਾਂ ਉਸ ਕੁਐਸਚਨ ਦੇ ਸਹੀ ਤਰ੍ਹਾਂ ਫਿਲ ਕੀਤੇ ਨੇ, ਸਹੀ ਸ਼ਬਦਾਂ ਨਾਲ ਫਿਲ ਕੀਤੇ ਨੇ, ਤਾਂ ਉਹਨਾਂ ਦੇ ਸਪੈਲਿੰਗਸ ਵੀ ਕਰੈਕਟ ਨੇ, ਉਹ ਸ਼ਬਦ ਪੂਰੇ ਤਰੀਕੇ ਨਾਲ ਸਾਰੇ ਸ਼ਬਦ ਸਹੀ ਨੇ, ਤਾਂ ਤੁਹਾਨੂੰ ਇਸ ਕੁਐਸਚਨ 'ਚ ਮੈਕਸਿਮਮ ਸਕੋਰ ਮਿਲਦਾ। If one or more blanks are filled incorrectly, partial credit scoring applies. This question type affects the scoring of listening and writing. ਜੇ ਤੁਹਾਡਾ ਇੱਕ ਜਾਂ ਇੱਕ ਤੋਂ ਵੱਧ ਖਾਲੀ ਥਾਂ ਤੁਸੀਂ ਗਲਤ ਭਰ ਦਿੱਤਾ, ਗਲਤ ਵਰਡ ਲਿਖਿਆ ਹੈ ਜਾਂ ਤੁਸੀਂ ਗਲਤ ਸਪੈਲਿੰਗ ਲਿਖ ਦਿੱਤੇ ਨੇ, ਤਾਂ ਤੁਹਾਨੂੰ ਉਹਦੇ ਮਾਰਕਸ ਨਹੀਂ ਮਿਲਣਗੇ। ਤੇ ਜਿੰਨੇ ਸ਼ਬਦ ਤੁਸੀਂ ਸਹੀ ਲਿਖੇ ਨੇ, ਜਿੰਨੇ ਖਾਲੀ ਥਾਂ ਤੁਸੀਂ ਸਹੀ ਭਰੇ ਨੇ, ਉਹਨਾਂ ਦੇ ਤੁਹਾਨੂੰ ਮਾਰਕਸ ਮਿਲਣਗੇ। ਤੇ ਇਸ ਕੁਐਸਚਨ ਟਾਈਪ ਨਾਲ ਲਿਸਨਿੰਗ ਤੇ ਰਾਈਟਿੰਗ ਦੋਵੇਂ ਮੋਡਿਊਲ 'ਚ ਮਾਰਕਸ ਜਾਂਦੇ ਨੇ। ਹਰ ਸਹੀ ਸ਼ਬਦ ਦਾ ਜਿਹੜਾ ਸ਼ਬਦ ਪੂਰੀ ਤਰ੍ਹਾਂ ਸਪੈਲਿੰਗ ਨਾਲ ਸਹੀ ਹੈਗਾ, ਉਹਦੇ ਤੁਹਾਨੂੰ 1 ਸਕੋਰ ਮਿਲਦਾ, ਤੇ ਜਿਹੜਾ ਸ਼ਬਦ ਤੁਹਾਡਾ ਗਲਤ ਹੈ ਉਹਦੇ ਤੁਹਾਨੂੰ 0 ਸਕੋਰ ਮਿਲਦਾ। ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਤਾਂ ਹੁਣ ਥੋੜਾ 2 ਟਿਪਸ ਬਾਰੇ ਜਾਣਦੇ ਹਾਂ ਇਸ ਕੁਐਸਚਨ ਨੂੰ ਕਰਨ ਵਾਸਤੇ। Read the transcript before audio starts. Even if you are not able to read the whole transcript, you will benefit from whatever you are able to read. Knowing the words around the blanks will alert your mind about what to listen for. Your focus will be on listening for the words you need for the blanks. ਤੇ ਦੋਸਤੋ, ਜਦੋਂ ਆਡੀਓ ਸਟਾਰਟ ਹੁੰਦੀ, ਆਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਟਾਈਮ ਮਿਲਦਾ, ਥੋੜ੍ਹੇ ਜਿਹੇ ਸੈਕਿੰਡ ਸਾਨੂੰ ਮਿਲਦੇ ਨੇ। ਉਸ ਟਾਈਮ 'ਚ ਸਾਨੂੰ ਛੇਤੀ ਟਰਾਂਸਕ੍ਰਿਪਟ ਥੋੜ੍ਹਾ ਪੜ੍ਹਨਾ ਹੈਗਾ। ਤੇ ਉਹਦੇ ਨਾਲ ਕੀ ਹੁੰਦਾ, ਜਿਹੜੇ ਖਾਲੀ ਥਾਂ ਨੇ ਜੋ ਸਾਨੂੰ ਪੜ੍ਹਨੇ ਨੇ, ਉਹਨਾਂ ਦੇ ਜਿਹੜੇ ਅੱਗੇ ਪਿੱਛੇ ਦੇ ਵਰਡਸ ਨੇ, ਪਹਿਲਾਂ ਜਿਹੜਾ ਉਹਨਾਂ ਦਾ ਵਰਡ ਆਉਂਦਾ ਪਿਆ, ਅਸੀਂ ਉਹ ਪਹਿਚਾਣ ਲੈਂਦੇ ਨੇ। ਤੇ ਜਦੋਂ ਆਡੀਓ ਚੱਲਦੀ ਹੈ, ਅਸੀਂ ਉਸ ਵਰਡ ਦਾ ਧਿਆਨ ਰੱਖਦੇ ਨੇ, ਤਾਂ ਕਿ ਜਿੱਦਾਂ ਹੀ ਉਹ ਵਰਡ ਸਾਨੂੰ ਸੁਣਾਈ ਦੇਗਾ ਤਾਂ ਉਹਦੇ ਨਾਲ ਦਾ ਵਰਡ ਅੱਜ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਸਾਨੂੰ ਹੁਣ ਆਪਣੇ ਖਾਲੀ ਥਾਂ ਨੂੰ ਭਰਨ ਵਾਸਤੇ ਲਿਖਣਾ ਹੈ। ਤੇ ਸਾਡਾ ਮਾਈਂਡ ਥੋੜ੍ਹਾ ਅਲਰਟ ਹੋ ਜਾਂਦਾ ਉਸ ਵਰਡ ਦੇ, ਜਸਟ ਉਸ ਖਾਲੀ ਥਾਂ 'ਤੇ ਪਹੁੰਚਣ ਤੋਂ ਪਹਿਲਾਂ ਸਾਡਾ ਮਾਈਂਡ ਥੋੜ੍ਹਾ ਅਲਰਟ ਹੋ ਜਾਂਦਾ। ਤਾਂ ਕਰਕੇ ਜੇ ਅਸੀਂ ਟਰਾਂਸਕ੍ਰਿਪਟ ਥੋੜ੍ਹਾ ਬਹੁਤਾ ਵੇਖ ਲਈਏ ਤਾਂ ਇਹ ਸਾਡੇ ਲਈ ਥੋੜ੍ਹਾ ਹੈਲਪ ਹੋ ਜਾਂਦੀ ਹੈ ਉਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ। Keep your cursor in the first blank. Be ready to type as soon as the audio listens. You can always be ready for at least the first blank, but do not get stuck at the first blank or any other blank for that matter. ਦੋਸਤੋ, ਜਦੋਂ ਆਡੀਓ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਸਟ ਤੁਹਾਨੂੰ ਆਪਣਾ ਕਰਸਰ ਪਹਿਲੇ ਬਲੈਂਕ ਤੇ ਲੈ ਆਉਣਾ। ਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਡੀਓ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ ਆਪਣਾ ਕਰਸਰ ਨਹੀਂ ਮੂਵ ਕਰਨ ਤੇ ਟਾਈਮ ਵੇਸਟ ਕਰਨਾ ਪੈਂਦਾ। ਤੁਹਾਡਾ ਕਰਸਰ ਆਲਰੇਡੀ ਪਹਿਲੇ ਖਾਲੀ ਥਾਂ ਤੇ ਹੁੰਦਾ, ਤੇ ਜਿੱਦਾਂ ਹੀ ਤੁਸੀਂ ਆਪਣਾ ਵਰਡ ਸੁਣਦੇ ਹੋ ਆਡੀਓ 'ਚ, ਤੁਸੀਂ ਉਹਨੂੰ ਆਪਣਾ ਟਾਈਪ ਕਰ ਲੈਂਦੇ ਹੋ। ਜੇ ਤੁਸੀਂ ਟਾਈਪ ਕਰਦੇ ਪਏ ਡਾਇਰੈਕਟਲੀ, ਤੁਸੀਂ ਉਹਨੂੰ ਟਾਈਪ ਕਰ ਲੈਂਦੇ ਹੋ। ਤੇ ਜੇ ਤੁਹਾਨੂੰ ਸਪੋਜ਼ ਕਰੋ ਵਰਡ ਸਮਝ ਨਹੀਂ ਲੱਗਿਆ, ਤੇ ਤੁਹਾਨੂੰ ਹੁਣ ਉੱਥੇ ਅਟਕਣਾ ਨਹੀਂ ਹੈਗਾ, ਤੁਹਾਨੂੰ ਹੁਣ ਨੈਕਸਟ ਖਾਲੀ ਥਾਂ ਤੇ ਪਹੁੰਚਣਾ ਹੈ, ਤੇ ਤੁਹਾਨੂੰ ਆਡੀਓ ਦੇ ਨਾਲ ਚੱਲਣਾ। ਤੁਸੀਂ ਜੇ ਪਹਿਲੇ ਖਾਲੀ ਥਾਂ ਤੇ ਜਿਹੜਾ ਵੀ ਖਾਲੀ ਥਾਂ ਤੁਹਾਨੂੰ ਸਮਝ ਨਹੀਂ ਆਇਆ, ਜਿਹੜਾ ਵਰਡ ਤੁਹਾਨੂੰ ਸਮਝ ਨਹੀਂ ਆਇਆ, ਤੁਸੀਂ ਜੇ ਉੱਥੇ ਅਟਕ ਗਏ ਤਾਂ ਤੁਹਾਡਾ ਬਾਕੀ ਦਾ ਕੁਐਸਚਨ ਵੀ ਮਿਸ ਹੋਣ ਦੇ ਚਾਂਸਿਸ ਹੁੰਦੇ ਆ। ਤੁਹਾਡਾ ਬਾਕੀ ਦੇ ਖਾਲੀ ਥਾਂ ਵੀ ਹੁਣ
ਮਿਸ ਹੋਣ ਦੇ ਚਾਂਸ ਰਹਿੰਦੇ। ਤਾਂ ਤੁਹਾਨੂੰ ਐ ਨਹੀਂ ਕਰਨਾ ਕਿ ਕਿਸੇ ਖਾਲੀ ਥਾਂ ਤੇ ਅਟਕ ਜਾਓ, ਤੁਸੀਂ ਨਾਲੋਂ ਨਾਲ ਆਡੀਓ ਨੂੰ ਫੋਲੋ ਕਰਦੇ ਰਹੋ। Follow the speaker. Do not stop to think about one particular blank or word. Keep moving with the speaker. Your eye and hand should follow the speaker. If you're typing directly into the screen after each blank, quickly place the cursor in the next blank and listen for the words before it. ਤੇ ਦੋਸਤੋ, ਜਿੱਦਾਂ ਮੈਂ ਹੁਣੇ ਦੱਸਿਆ ਕਿ ਜੇ ਤੁਹਾਨੂੰ ਕੋਈ ਸ਼ਬਦ ਮੰਨ ਲਓ ਨਹੀਂ ਵੀ ਸਮਝ ਆਇਆ ਜਿਹੜਾ ਤੁਸੀਂ ਖਾਲੀ ਥਾਂ ਤੇ ਭਰਨ ਵਾਸਤੇ ਸੁਣਨਾ ਸੀ, ਜੇ ਤੁਸੀਂ ਉਹਨੂੰ ਮਿਸ ਕਰਤਾ ਹੈ, ਤੁਹਾਨੂੰ ਸਮਝ ਨਹੀਂ ਲੱਗਿਆ, ਤੇ ਤੁਸੀਂ ਉਸ ਤੇ ਨਹੀਂ ਅਟਕਣਾ, ਤੁਸੀਂ ਆਡੀਓ ਨੂੰ ਫਰਦਰ ਸੁਣਦੇ ਰਹੋ ਤੇ ਜਿਹੜੇ ਬਾਕੀ ਦੇ ਖਾਲੀ ਥਾਂ ਨੇ ਉਹਨਾਂ ਨੂੰ ਤੁਸੀਂ ਫਿਲ ਕਰ ਲਿਓ। ਤੇ ਇਸ ਵਾਸਤੇ ਇਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ ਤੁਹਾਡੀ ਅੱਖਾਂ ਦਾ ਤੇ ਤੁਹਾਡੇ ਹੱਥਾਂ ਦਾ ਸਪੀਕਰ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਅੱਖਾਂ ਨਾਲ ਤੁਸੀਂ ਪੈਸੇਜ ਨੂੰ ਨਾਲ ਨਾਲ ਪੜ੍ਹਦੇ ਰਹੋ ਜਿੱਦਾਂ ਜਿੱਦਾਂ ਆਡੀਓ ਚੱਲਦੀ ਪਈ ਹੈ, ਤੇ ਹੱਥਾਂ ਨਾਲ ਤੁਹਾਨੂੰ ਕਰਸਰ ਵੀ ਨਾਲੋਂ ਨਾਲ ਆਪਣੇ ਖਾਲੀ ਥਾਂ ਤੇ ਲੈ ਕੇ ਆਉਣਾ, ਜਿਹੜਾ ਖਾਲੀ ਥਾਂ ਆਂਦਾ ਪਿਆ ਆਡੀਓ ਦੇ ਨਾਲ। ਤੇ ਕਰਸਰ ਨੂੰ ਤੁਸੀਂ ਮਾਊਸ ਦੇ ਨਾਲ ਵੀ ਲੈ ਕੇ ਜਾ ਸਕਦੇ ਹੋ, ਤੇ ਤੁਸੀਂ ਕੁਇਕਲੀ ਕੀਬੋਰਡ ਦੇ ਨਾਲ ਵੀ, ਤੁਸੀਂ ਟੈਬ ਦੇ ਨਾਲ ਵੀ ਨੈਕਸਟ ਬਲੈਂਕ ਤੇ ਲੈ ਕੇ ਜਾ ਸਕਦੇ ਹੋ। ਤੇ ਹੁਣ ਥੋੜੀ ਹੋਰ ਟਿਪਸ ਬਾਰੇ ਜਾਣਦੇ ਹਾਂ। Be ready to write in the rough notepad. If your strategy is to first write down in the rough notepad and then transfer to the screen in the end, you should be ready to write in the rough notepad as soon as the audio starts. Typing with the hand is usually slower, so do not attempt to write the whole word. Just write enough letters that later on you can recognize what the word is. ਤੇ ਦੋਸਤੋ, ਜਿੱਦਾਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਕਿੱਦਾਂ ਇਸ ਕੁਐਸਚਨ ਨੂੰ ਅਟੈਂਪਟ ਕਰਨਾ, ਅਸੀਂ ਵੇਖਿਆ ਕਿ ਅਸੀਂ ਡਾਇਰੈਕਟਲੀ ਵੀ ਟਾਈਪ ਕਰ ਸਕਦੇ ਹਾਂ ਵਰਡ ਨੂੰ ਸੁਣਦੇ ਹੋਏ, ਤੇ ਅਸੀਂ ਆਪਣੇ ਨੋਟਪੈਡ 'ਚ ਵੀ ਇਹਨੂੰ ਨੋਟ ਕਰ ਸਕਦੇ ਹਾਂ ਪਹਿਲਾਂ। ਜੇ ਅਸੀਂ ਡਾਇਰੈਕਟਲੀ ਨਹੀਂ ਟਾਈਪ ਕਰ ਸਕਦੇ ਜਾਂ ਸਾਡੀ ਸਪੀਡ ਨਹੀਂ ਹੈਗੀ ਅੱਛੀ, ਤੇ ਆਪਾਂ ਨੋਟਪੈਡ 'ਚ ਵੀ ਇਹਨੂੰ ਨੋਟ ਕਰ ਸਕਦੇ ਹਾਂ। ਬਟ ਉਹਦੇ ਵਾਸਤੇ ਵੀ ਸਾਨੂੰ ਰੈਡੀ ਰਹਿਣਾ ਹੈ। ਜਦੋਂ ਸਾਡੀ ਆਡੀਓ ਸ਼ੁਰੂ ਹੋਣ ਵਾਲੀ ਹੁੰਦੀ ਆ, ਸਾਨੂੰ ਪਹਿਲਾਂ ਹੀ ਚੈੱਕ ਕਰ ਲੈਣਾ ਕਿ ਸਾਡਾ ਜਿਹੜਾ ਪੈਨ ਮਿਲਿਆ ਹੋਇਆ ਉਹ ਚੱਲਦਾ ਕਿ ਨਹੀਂ ਚੱਲਦਾ। ਕਦੀ ਕਦਾਂ ਕੀ ਹੁੰਦਾ ਕਿ ਜਿਹੜਾ ਪੈਨ ਹੁੰਦਾ ਉਹ ਸਾਡੀ ਕੈਪ ਖੁੱਲੀ ਰਹਿ ਜਾਂਦੀ, ਤੇ ਉਹਦੀ ਇੰਕ ਡਰਾਈ ਹੋ ਜਾਂਦੀ ਹੈ, ਤੇ ਉਹ ਨੋਟਪੈਡ 'ਤੇ ਵਰਕ ਨਹੀਂ ਕਰਦਾ। ਤੇ ਜਦੋਂ ਅਸੀਂ ਲਿਖਣ ਲੱਗਦੇ ਹਾਂ ਆਡੀਓ ਦੇ ਨਾਲ, ਪਹਿਲਾ ਸ਼ਬਦ ਆਉਂਦਾ, ਜਦੋਂ ਅਸੀਂ ਲਿਖਣ ਲੱਗਦੇ ਹਾਂ ਕਿ ਪੈਨ ਹੀ ਨਹੀਂ ਚੱਲਦਾ, ਤੇ ਸਾਡਾ ਪਹਿਲਾ ਵਰਡ ਵੀ ਮਿਸ ਹੋ ਜਾਂਦਾ, ਤੇ ਉਸੇ ਚੱਕਰ 'ਚ ਸਾਡਾ ਬਾਕੀ ਦਾ ਕੁਐਸਚਨ ਵੀ ਕਈ ਵਾਰ ਮਿਸ ਹੋ ਜਾਂਦਾ। ਤੇ ਸਾਨੂੰ ਇਹ ਪਹਿਲਾਂ ਹੀ ਤਿਆਰੀ ਰੱਖਣੀ ਹੈ, ਆਪਣਾ ਪੈਨ ਚੈੱਕ ਕਰ ਲਈਏ, ਤੇ ਨਾਲੋਂ ਨਾਲ ਜਦੋਂ ਆਡੀਓ ਸ਼ੁਰੂ ਹੋਏਗੀ ਆਪਣਾ ਨੋਟਪੈਡ ਦੇ ਆਪਣਾ ਸ਼ਬਦ ਨੂੰ ਨੋਟ ਕਰਨਾ ਸ਼ੁਰੂ ਕਰ ਦਈਏ। ਤੇ ਹੁਣ ਜਦੋਂ ਅਸੀਂ ਲਿਖਦੇ ਹਾਂ ਜਾਂ ਜਦੋਂ ਅਸੀਂ ਟਾਈਪ ਵੀ ਕਰਦੇ ਹਾਂ, ਇਹ ਜ਼ਰੂਰੀ ਨਹੀਂ ਹੈਗਾ ਸਾਨੂੰ ਪੂਰਾ ਵਰਡ ਨੋਟ ਕਰਨਾ ਉਸੇ ਵੇਲੇ, ਕਿਉਂਕਿ ਕਦੇ ਕਦਾ ਇਹ ਪੋਸੀਬਲ ਨਹੀਂ ਹੁੰਦਾ, ਸਾਡੀ ਸਪੀਡ ਨਹੀਂ ਹੁੰਦੀ ਉਹਨੂੰ ਲਿਖਣ ਦੀ ਉਨੀ, ਤੇ ਅਸੀਂ ਸ਼ਾਰਟ ਫਾਰਮ ਵੀ ਯੂਜ਼ ਕਰ ਸਕਦੇ ਹਾਂ। ਬਟ ਇਹ ਧਿਆਨ ਰੱਖਣਾ, ਜਿਹੜੀ ਵੀ ਸ਼ਾਰਟ ਫਾਰਮ, ਜਿਹੜੀ ਵੀ ਸ਼ਾਰਟ ਹੈਂਡ ਅਸੀਂ ਯੂਜ਼ ਕਰੀਏ, ਜਦੋਂ ਅਸੀਂ ਆਪਣਾ ਆਨਸਰ ਵਾਪਿਸ ਪੂਰਾ ਲਿਖਾਂਗੇ, ਸਕਰੀਨ ਤੇ ਵਾਪਿਸ ਟਾਈਪ ਕਰਾਂਗੇ, ਤੇ ਸਾਨੂੰ ਉਹ ਯਾਦ ਰਹੇ ਕਿ ਅਸੀਂ ਸ਼ਾਰਟ ਫਾਰਮ ਕੀ ਲਿਖੀ ਸੀ, ਉਹਦਾ ਕੀ ਐਕਸਪੈਂਡ ਕਰਕੇ ਕੀ ਵਰਡ ਬਣਨਾ, ਕੀ ਆਨਸਰ ਬਣਨਾ। ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸ਼ਾਰਟ ਹੈਂਡ ਦੀ ਸਟ੍ਰੈਟੇਜੀ ਨੂੰ ਡਿਵੈਲਪ ਕਰੀਏ। Always review in the end. Do not submit your answer without reviewing what you have filled in. In any case, the passage with the correct blanks will make good sense. If for some reason the words that you have filled in do not make sense, you can consider replacing them. But do that only if you know a more suitable word than what you have already filled in. Also check for grammar and spelling mistakes. These mistakes can be easily avoided by a quick review in the end. ਦੋਸਤੋ, ਜਦੋਂ ਅਸੀਂ ਇੱਕ ਵਾਰੀ ਆਪਣੇ ਸਾਰੇ ਆਨਸਰ ਟ੍ਰਾਂਸਫਰ ਕਰ ਲਿੱਤੇ ਨੇ ਸਕਰੀਨ ਤੇ, ਤੇ ਉਹਦੇ ਬਾਅਦ ਆਡੀਓ ਦੇ ਮੁੱਕਣ ਦੇ ਬਾਅਦ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਨਸਰਸ ਨੂੰ ਇੱਕ ਵਾਰ ਰਿਵਿਊ ਕਰ ਲਈਏ। ਸਾਨੂੰ ਉਹਦੇ ਵਾਸਤੇ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ, ਬਟ ਸਾਨੂੰ ਇੱਕ ਵਾਰ ਜ਼ਰੂਰ ਆਪਣੇ ਆਨਸਰ ਚੈੱਕ ਕਰਨੇ ਨੇ ਹਰ ਕੁਐਸਚਨ ਨੂੰ ਕਰਦੇ ਹੋਏ, ਇਸ ਟਾਈਪ ਦੇ ਕੁਐਸਚਨ ਨੂੰ ਕਰਦੇ ਹੋਏ, ਤਾਂ ਕਿ ਹੋ ਸਕਦਾ ਕਿ ਸਾਨੂੰ ਇਹ ਜਿਹੜੇ ਸਪੈਲਿੰਗਸ ਨੇ, ਕੋਈ ਸਪੈਲਿੰਗ ਸਾਡਾ ਮਿਸਸਪੈਲ ਤੇ ਨਹੀਂ ਹੋ ਗਿਆ, ਅਸੀਂ ਗਲਤੀ ਨਾਲ ਕੋਈ ਲੈਟਰ ਤਾਂ ਨਹੀਂ ਮਿਸ ਕਰ ਦਿੱਤਾ ਕਿਸੇ ਵਰਡ ਨੂੰ ਲਿਖਦੇ ਹੋਏ, ਕਿਉਂਕਿ ਜੇ ਸਪੈਲਿੰਗ ਮਿਸ ਹੋ ਗਿਆ ਤਾਂ ਤੁਹਾਨੂੰ ਉਸ ਵਰਡ ਦਾ 0 ਮਾਰਕਸ ਮਿਲਣਾ ਹੈ। ਹਾਲਾਂਕਿ ਤੁਸੀਂ ਵਰਡ ਨੂੰ ਸੁਣਿਆ ਵੀ, ਲਿਖਿਆ ਵੀ, ਤਾਂ ਵੀ ਉਸਦੇ ਬਾਵਜੂਦ ਵੀ ਜੇ ਤੁਹਾਡੀ ਸਪੈਲਿੰਗ ਹੀ ਗਲਤ ਹੋ ਗਈ, ਤੁਹਾਨੂੰ ਉਹਦੇ ਮਾਰਕਸ ਨਹੀਂ ਮਿਲਣੇ। ਤੇ ਅਸੀਂ ਆਪਣੀ ਸਪੈਲਿੰਗ ਚੈੱਕ ਕਰ ਲਈਏ, ਬਹੁਤ ਜ਼ਰੂਰੀ ਹੈ। ਨਾਲੋਂ ਨਾਲ ਕਦੇ ਕਦੇ ਕੀ ਹੁੰਦਾ ਕਿ ਜਦੋਂ ਸਪੀਕਰ ਨੇ ਕੁਝ ਬੋਲਿਆ ਤੇ ਉਹਨੂੰ ਬਾਅਦ 'ਚ ਪੜ੍ਹਦੇ ਹੋਏ ਅਸੀਂ ਵੇਖ ਸਕਦੇ ਹਾਂ ਕਿ ਉਹਨੇ ਕੀ ਬੋਲਿਆ ਸੀ, ਉਹਦੇ ਵਿੱਚ ਕੀ ਈਡੀ ਆਉਣਾ ਸੀ, ਜੇ ਉਹਨੇ ਪਾਸਟ ਟੈਂਸ ਦੀ ਕੋਈ ਵਰਬ ਕਹੀ ਸੀ ਜਾਂ ਨਹੀਂ ਆਉਣਾ ਸੀ, ਜਾਂ ਉਹਦੇ ਵਿੱਚ ਐਸ ਵਰਬ ਦੇ ਨਾਲ ਕੋਈ ਐਸ ਆਉਣਾ ਸੀ ਜਾਂ ਨਹੀਂ ਆਉਣਾ ਸੀ। ਤੇ ਕਦੇ ਕਦਾ ਕੀ ਹੁੰਦਾ, ਜਦੋਂ ਅਸੀਂ ਐਂਡ 'ਚ ਰਿਵਿਊ ਕਰਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ। ਕਈ ਵਾਰ ਅਸੀਂ ਆਪਣੀ ਵਿਆਕਰਨ ਦੀ ਜਾਣਕਾਰੀ ਦੇ ਨਾਲ ਆਪਣੀ ਗਲਤੀਆਂ ਨੂੰ ਕੈਚ ਕਰ ਲੈਂਦੇ ਨੇ, ਤੇ ਆਪਣੇ ਵਰਡਸ ਅਸੀਂ ਕਰੈਕਟ ਕਰ ਸਕਦੇ ਹਾਂ। ਤਾਂ ਕਰਕੇ ਐਂਡ 'ਚ ਰਿਵਿਊ ਕਰਨਾ ਬਹੁਤ ਜ਼ਰੂਰੀ ਹੈ। Have your time management strategy ready. As the PT listening section has only an overall timer, it is up to you to decide how much time to spend on the listening fill in the blanks questions.
It will anyway be the time what the audio runs for, plus whatever time you want to spend on the review. Get an understanding of how much time on an average you need for this during your practice sessions. ਤੇ ਦੋਸਤੋ ਜਿੱਦਾਂ ਅਸੀਂ ਜਾਣ ਲਿਆ ਕਿ ਪੀਟੀ ਲਿਸਨਿੰਗ ਮੋਡਿਊਲ 'ਚ ਸਾਡੇ ਕੋਲ ਲੰਪਸਮ ਟਾਈਮ ਹੁੰਦਾ, ਸਾਨੂੰ ਹਰ ਕੁਐਸਚਨ ਲਈ ਵੱਖਰਾ ਵੱਖਰਾ ਟਾਈਮ ਨਹੀਂ ਮਿਲਦਾ, ਓਵਰਆਲ ਮੋਡਿਊਲ ਦਾ ਲੰਪਸਮ ਟਾਈਮ ਹੁੰਦਾ ਤੇ ਸਾਨੂੰ ਆਪਣਾ ਟਾਈਮ ਮੈਨੇਜ ਕਰਨਾ ਹੁੰਦਾ। ਤੇ ਤਾਂ ਕਰਕੇ ਇਸ ਕੁਐਸਚਨ ਟਾਈਪ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਟਾਈਮ ਮੈਨੇਜ ਕਰੀਏ। ਜਿੰਨੀ ਦੇਰ ਆਡੀਓ ਚੱਲਦੀ ਪਈ ਉਹਨਾਂ ਟਾਈਮ ਤੇ ਸਪੈਂਡ ਹੋਣਾ ਹੀ ਹੋਣਾ ਕੁਐਸਚਨ ਤੇ, ਬਟ ਆਡੀਓ ਦੇ ਬਾਅਦ ਅਸੀਂ ਜਦੋਂ ਰਿਵਿਊ ਕਰਦੇ ਆਪਣੇ ਆਨਸਰ ਨੂੰ ਤੇ ਸਾਨੂੰ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ, ਜਾਂ ਜਦੋਂ ਆਪਣੇ ਆਨਸਰ ਅਸੀਂ ਟ੍ਰਾਂਸਫਰ ਕਰਦੇ ਪਏ ਹਾਂ ਆਪਣੇ ਨੋਟਪੈਡ ਤੋਂ ਵੀ ਤਾਂ ਵੀ ਸਾਨੂੰ ਧਿਆਨ ਰੱਖਣਾ ਕਿ ਜ਼ਿਆਦਾ ਟਾਈਮ ਨਾ ਸਪੈਂਡ ਹੋ ਜਾਏ, ਕਿਉਂਕਿ ਆਪਣਾ ਬਾਕੀ ਦਾ ਟਾਈਮ ਸਾਨੂੰ ਬਾਕੀ ਕੁਐਸਚਨਾਂ ਵਾਸਤੇ ਵੀ ਬਚਾਉਣਾ ਹੈ। ਤੇ ਤਾਂ ਕਰਕੇ ਜ਼ਰੂਰੀ ਹੈ ਕਿ ਅਸੀਂ ਇਸ ਕੁਐਸਚਨ ਦੀ ਪ੍ਰੈਕਟਿਸ ਅਲਫਾ ਪੀਟੀ ਪੋਰਟਲ 'ਚ ਕਰੀਏ, ਜਿੱਥੇ ਕਿ ਟਾਈਮ ਟਰੈਕਰ ਦਾ ਫੀਚਰ ਵੀ ਹੈਗਾ, ਤੇ ਟਾਈਮ ਟਰੈਕਰ ਨਾਲ ਅਸੀਂ ਦੇਖ ਸਕਦਾ ਅਸੀਂ ਕੁਐਸਚਨ ਵਿੱਚ ਕਿੰਨਾ ਟਾਈਮ ਲਿੱਤਾ, ਜਾਂ ਕੁਐਸਚਨ ਜਦੋਂ ਐਂਡ ਹੋ ਜਾਂਦਾ ਟੋਟਲ ਟਾਈਮ ਅਸੀਂ ਕਿੰਨਾ ਕੰਜ਼ਿਊਮ ਕੀਤਾ, ਤੇ ਉਹਦੇ ਨਾਲ ਅਸੀਂ ਆਪਣੀ ਟਾਈਮ ਮੈਨੇਜਮੈਂਟ ਨੂੰ ਇੰਪਰੂਵ ਕਰ ਸਕਦੇ ਹਾਂ। ਤੇ ਹੁਣ ਇਸ ਕੁਐਸਚਨ ਟਾਈਪ ਨੂੰ ਇੱਕ ਉਦਾਹਰਣ ਨਾਲ ਸਮਝ ਲੈਂਦੇ ਹਾਂ। To begin with, you should be standing on the main floor of the British Library. British Library is situated in the Euston Road next to some pipe crustacean press, in the foyer to the left of the information desk. It was a large white staircase. Follow this up towards the gallery at the top of the stairs. Pause and look to your left for attention. This is Robert Cotton, born in 1570, and died in 1631. Cotton was a member of Parliament, but he's mainly known as a great antiquarian collector of manuscripts. It is the ਦੋਸਤੋ ਜਿੱਦਾਂ ਹੁਣ ਇਹ ਸਾਡਾ ਲਾਸਟ ਖਾਲੀ ਥਾਂ ਸੀ, ਮੈਂ ਜਦੋਂ ਖਾਲੀ ਥਾਂ ਭਰਨ ਵਾਸਤੇ ਮੈਂ ਆਪਣੇ ਨੋਟਸ ਬਣਾਉਂਦੀ ਪਈ ਸੀ ਨਾਲੋਂ ਨਾਲ, ਤੇ ਹੁਣ ਲਾਸਟ ਕਿਉਂਕਿ ਇਹ ਕੁਐਸਚਨ ਟਾਈਪ ਸਾਨੂੰ ਅਸੀਂ ਐਗਜ਼ਾਮਪਲ ਦੀ ਤਰ੍ਹਾਂ ਐਕਸਪਲੇਨ ਕਰਦੇ ਪਏ ਹਾਂ, ਤੇ ਮੈਂ ਆਡੀਓ ਨੂੰ ਪੌਜ਼ ਕਰ ਸਕਦੀ ਹਾਂ, ਤੇ ਮੈਂ ਆਡੀਓ ਨੂੰ ਪੌਜ਼ ਕਰ ਦਿੱਤਾ। ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡਾ ਲਾਸਟ ਖਾਲੀ ਥਾਂ ਤੁਸੀਂ ਫਿਲ ਕਰ ਲਿੱਤਾ, ਹੁਣ ਉਹਦੇ ਅੱਗੇ ਦਾ ਆਡੀਓ ਤੁਸੀਂ ਨਾ ਵੀ ਸੁਣੋ, ਤੁਹਾਨੂੰ ਕੋਈ ਲੋੜ ਨਹੀਂ ਹੈਗੀ ਉਹਨੂੰ ਸੁਣਨ ਦੀ ਖਾਸ, ਤੇ ਤੁਸੀਂ ਉਸ ਆਡੀਓ ਦੇ ਚਲਦੇ ਚਲਦੇ ਉਹਨੂੰ ਸੁਣਨ ਦੀ ਬਜਾਏ ਹੁਣ ਆਪਣਾ ਫੋਕਸ ਇੱਥੇ ਕਰ ਸਕਦੇ ਹੋ, ਉਸ ਟਾਈਮ ਨੂੰ ਸਪੈਂਡ ਇਸ ਤਰ੍ਹਾਂ ਕਰ ਸਕਦੇ ਹੋ ਕਿ ਤੁਸੀਂ ਆਪਣੇ ਜਿਹੜੇ ਖਾਲੀ ਥਾਂ ਤੁਸੀਂ ਭਰੇ ਨੇ, ਜਾਂ ਤੁਸੀਂ ਜਿਹੜੇ ਨੋਟਸ ਲਿੱਤੇ ਨੇ ਉਹਨਾਂ ਨੋਟਸ ਨੂੰ ਤੁਸੀਂ ਆਪਣੇ ਖਾਲੀ ਥਾਂ ਨੂੰ ਭਰਨ ਵਾਸਤੇ ਉਹਨਾਂ ਨੂੰ ਟ੍ਰਾਂਸਫਰ ਕਰੋ ਇੱਥੇ ਟਾਈਪ ਕਰਕੇ, ਤੇ ਉਹਨਾਂ ਨੂੰ ਟਾਈਪ ਕਰਨ ਦੇ ਬਾਅਦ ਤੁਸੀਂ ਆਪਣੇ ਆਨਸਰਸ ਨੂੰ ਵੀ ਲਾਸਟ 'ਚ ਇੱਕ ਵਾਰੀ ਰਿਵਿਊ ਕਰੋ। ਤੇ ਹੁਣ ਮੈਂ ਜਿਹੜੇ ਨੋਟਸ ਲਿੱਤੇ ਨੇ ਤੁਸੀਂ ਵੇਖ ਸਕਦੇ ਹੋ, ਮੇਰੇ ਨੋਟਸ ਜਿਹੜੇ ਨੇ ਉਹ ਸ਼ਾਰਟ ਹੈਂਡਸ 'ਚ ਨੇ, ਜਿਵੇਂ ਨੈਕਸਟ ਨੂੰ ਮੈਂ NXT ਲਿਖਿਆ, ਜਾਂ ਇਨਫੋਰਮੇਸ਼ਨ ਨੂੰ ਵੀ ਮੈਂ ਪੂਰਾ ਨਹੀਂ ਲਿਖਿਆ, ਕਿਉਂਕਿ ਨੋਟਸ ਲੈਂਦੇ ਹੋਏ ਜਲਦੀ ਜਲਦੀ ਲਿਖਣਾ ਪੋਸੀਬਲ ਨਹੀਂ ਹੈਗਾ ਕੰਪਲੀਟ ਵਰਡ, ਤੇ ਬਟ ਹੁਣ ਮੈਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਮੈਂ ਵਰਡ ਲਿਖਿਆ ਸੀ ਸ਼ਾਰਟ ਹੈਂਡ 'ਚ ਉਹਦਾ ਪੂਰਾ ਮੀਨਿੰਗ, ਉਹਦਾ ਪੂਰਾ ਐਕਸਪੈਂਡਡ ਫਾਰਮ ਕੀ ਹੈਗਾ, ਤਾਂ ਕਿ ਮੈਂ ਉਹਨੂੰ ਸਹੀ ਤਰੀਕੇ ਨਾਲ ਆਪਣੇ ਆਨਸਰ 'ਚ ਟਾਈਪ ਕਰ ਸਕਾਂ। ਤੇ ਹੁਣ ਮੈਂ ਆਪਣੇ ਆਨਸਰਸ ਟਾਈਪ ਕਰ ਲੈਂਦੀ ਹਾਂ। ਤੇ ਪਹਿਲਾ ਆਨਸਰ ਫਲੋਰ, ਨੈਕਸਟ ਇਨਫੋਰਮੇਸ਼ਨ, ਸਟੇਅਰਸ ਤੇ ਕਲੈਕਟਰ। ਹੁਣ ਸਾਰੇ ਆਨਸਰਸ ਨੂੰ ਟਾਈਪ ਕਰਨ ਦੇ ਬਾਅਦ 'ਚ ਲਾਸਟ ਸਾਨੂੰ ਇਹ ਜ਼ਰੂਰ ਚੈੱਕ ਕਰ ਲੈਣਾ ਕਿ ਸਾਡੇ ਸਪੈਲਿੰਗਸ ਜਿਹੜੇ ਨੇ ਉਹ ਸਹੀ ਨੇ ਸਾਰੇ ਵਰਡਸ ਦੇ, ਜਿੱਦਾਂ ਇਨਫੋਰਮੇਸ਼ਨ ਹੈ ਸਹੀ ਲਿਖਿਆ, ਜਾਂ ਸਟੇਅਰਸ 'ਚ ਅਸੀਂ S ਪਾਇਆ ਕਿ ਉਹ ਸਪੀਕਰ ਨੇ ਸਟੇਅਰਸ ਹੀ ਕਿਹਾ ਸੀ ਕਿ ਸਟੇਅਰ ਕਿਹਾ ਸੀ, ਤੇ ਇੱਦਾਂ ਦੀ ਚੀਜ਼ਾਂ ਸਾਨੂੰ ਹੁਣ ਇੱਕ ਵਾਰੀ ਚੈੱਕ ਕਰ ਲੈਣੀ ਛੇਤੀ ਛੇਤੀ। ਤੇ ਇਸ ਤਰ੍ਹਾਂ ਸਾਨੂੰ ਇਹ ਕੁਐਸਚਨ ਨੂੰ ਅਟੈਂਪਟ ਕਰਨਾ। ਕੁਐਸਚਨ ਆਡੀਓ ਦੇ ਮੁੱਕਣ ਦੇ ਬਾਅਦ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਸਾਨੂੰ ਸਪੈਂਡ ਕਰਨਾ, ਬਟ ਫਿਰ ਵੀ ਇੱਕ ਵਾਰੀ ਸਾਰੇ ਵਰਡਸ ਨੂੰ ਅਸੀਂ ਛੇਤੀ ਛੇਤੀ ਚੈੱਕ ਕਰਨਾ।